ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਾਰਕਸ ਇੰਸਟੀਚਿਊਟ ਆਫ ਲਰਨਿੰਗ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੈ ਕੱਲ੍ਹ ਹੀ ਆਪਾਂ ਇੱਕ GK ਸੀਰੀਜ਼ ਲਾਂਚ ਕੀਤੀ ਹੈ ਪੰਜਾਬ ਪਟਵਾਰੀ ਅਤੇ ਪੰਜਾਬ ਨੈਬ ਤਹਿਸੀਲਦਾਰ ਦੇ ਐਗਜ਼ਾਮ ਲਈ, ਜਿਸ ਵਿੱਚ ਆਪਾਂ ਕੱਲ੍ਹ ਇੱਕ ਵੀਡੀਓ ਕਰ ਲਈ ਸੀ ਜਿਸ ਵਿੱਚ 20 ਕੁਐਸਚਨਸ ਆਪਾਂ ਕੀਤੇ ਸੀ। ਅੱਜ ਦੀ ਵੀਡੀਓ ਵਿੱਚ ਆਪਾਂ ਲਗਭਗ 80 ਕੁਐਸਚਨਸ ਕਰਾਂਗੇ ਅਤੇ ਇਹ ਵੀਡੀਓ ਕੱਲ੍ਹ ਨਾਲੋਂ ਥੋੜ੍ਹੀ ਜ਼ਿਆਦਾ ਦੇਰ ਚੱਲੇਗੀ। ਸੋ ਤੁਸੀਂ ਪੂਰੇ ਫੋਕਸ ਨਾਲ ਪੂਰੀ ਮੋਟੀਵੇਸ਼ਨ ਨਾਲ ਇਹ ਵੀਡੀਓ ਦੇਖਣੀ ਹੈ ਅਤੇ ਇਹਨਾਂ ਕੁਐਸਚਨਸ ਨੂੰ ਧਿਆਨ ਨਾਲ ਕਰਨਾ ਹੈ। ਤਾਂ ਚਲੋ ਦੇਰ ਨਾ ਕਰਦੇ ਹੋਏ ਸਟਾਰਟ ਕਰਦੇ ਹਾਂ। ਆਪਣੀ ਵੀਡੀਓ ਦਾ ਪਹਿਲਾ ਕੁਐਸਚਨ ਹੈ ਜੋ ਕਿ 21st ਕੁਐਸਚਨ ਹੈ ਕੱਲ੍ਹ ਦੀ ਕੰਟੀਨਿਊਸ਼ਨ ਵਿੱਚ। ਖਾਲਸਾ ਕਾਲਜ ਅੰਮ੍ਰਿਤਸਰ ਵਾਜ਼ ਫਾਊਂਡਡ ਇਨ। ਖਾਲਸਾ ਕਾਲਜ ਅੰਮ੍ਰਿਤਸਰ ਕਦੋਂ ਫਾਊਂਡ ਹੋਇਆ ਸੀ? ਤਾਂ ਇਸ ਦਾ ਆਨਸਰ ਹੈ 1892 यानी कि 1892 ਵਿੱਚ। ਸੈਕਿੰਡ ਕੁਐਸਚਨ ਹੈ यानी कि 22nd ਕੁਐਸਚਨ, ਗੁਰੂ ਕਾ ਬਾਗ ਮੋਰਚਾ ਵਾਜ਼ ਏਮਡ ਐਟ। ਗੁਰੂ ਕਾ ਬਾਗ ਮੋਰਚਾ ਸੀ ਜੋ ਉਹਨਾਂ ਦਾ ਮੇਨ ਏਮ ਕੀ ਸੀ? ਆਨਸਰ ਹੈਗਾ ਰਿਫੋਰਮੇਸ਼ਨ ਆਫ ਸਿੱਖ ਸ਼ਰਾਈਨਸ। ਨੈਕਸਟ ਕੁਐਸਚਨ ਇਜ਼ ਵੈਨ ਵਾਜ਼ ਦ ਸਿੱਖ ਗੁਰਦੁਆਰਾ ਐਕਟ ਪਾਸਡ। ਜੋ ਸਿੱਖ ਗੁਰਦੁਆਰਾ ਐਕਟ ਹੈ ਉਹ ਕਦੋਂ ਪਾਸ ਕੀਤੀ ਗਈ ਸੀ? ਇਸ ਦਾ ਆਨਸਰ ਹੈ 1925 यानी कि 1925। 24ਵਾਂ ਕੁਐਸਚਨ ਹੈ ਜੀ, ਹੂ ਵਾਜ਼ ਅਪੋਇੰਟਡ ਐਜ਼ ਦ ਚੇਅਰਮੈਨ ਆਫ ਦ ਪੰਜਾਬ ਬਾਉਂਡਰੀ ਕਮਿਸ਼ਨ ਇਨ 1947। ਦੋਸਤੋ ਇਹ ਜਿਹੜਾ ਕੁਐਸਚਨ ਹੈ ਇਸ 'ਤੇ ਤੁਸੀਂ ਥੋੜ੍ਹਾ ਖਾਸ ਧਿਆਨ ਦੇਣਾ ਹੈ ਕਿਉਂਕਿ ਇਸੇ ਤਰ੍ਹਾਂ ਦਾ ਅੱਗੇ ਜਾ ਕੇ ਇੱਕ ਹੋਰ ਕੁਐਸਚਨ ਆਏਗਾ। ਦੋਵੇਂ ਮਿਲਦੇ ਜੁਲਦੇ ਕੁਐਸਚਨਸ ਨੇ ਬਟ ਮੈਂ ਤੁਹਾਨੂੰ ਇਹਨਾਂ ਦਾ ਡਿਫਰੈਂਸ ਵੀ ਦੱਸਾਂਗਾ ਕਿ ਕੀ ਹੈ। ਤਾਂ ਅਗਰ ਦੇਖੀਏ ਇਸ ਵਿੱਚ ਪੁੱਛਿਆ ਗਿਆ ਹੈ ਕਿ 1947 ਵਿੱਚ ਇੱਕ ਪੰਜਾਬ ਬਾਉਂਡਰੀ ਕਮਿਸ਼ਨ ਬਣਿਆ ਸੀ, ਉਸ ਦਾ ਚੇਅਰਮੈਨ ਕਿਸ ਨੂੰ ਅਪੋਇੰਟ ਕੀਤਾ ਗਿਆ ਸੀ? ਇਸ ਦਾ ਆਨਸਰ ਹੈ ਸਰ ਸਿਰਿਲ ਰੈਡਕਲਿਫ। ਨੈਕਸਟ ਮੂਵ ਕਰਦੇ ਹਾਂ 25th ਕੁਐਸਚਨ 'ਤੇ। ਵੈਨ ਵਾਜ਼ ਦ ਸਟੇਟਸ ਰੀਆਰਗੇਨਾਈਜੇਸ਼ਨ ਕਮਿਸ਼ਨ ਅਪੋਇੰਟਡ ਬਾਈ ਦ ਗਵਰਨਮੈਂਟ ਆਫ ਇੰਡੀਆ। ਇੰਡੀਆ ਦੀ ਸਰਕਾਰ ਨੇ ਸਟੇਟਸ ਰੀਆਰਗੇਨਾਈਜੇਸ਼ਨ ਕਮਿਸ਼ਨ ਨੂੰ ਕਦੋਂ ਨਿਯੁਕਤ ਕੀਤਾ ਸੀ? ਆਨਸਰ ਹੈਗਾ 1953 1953। 26ਵਾਂ ਕੁਐਸਚਨ ਹੈ, ਮਾਸਟਰ ਤਾਰਾ ਸਿੰਘ ਵਾਜ਼ ਐਸੋਸੀਏਟਿਡ ਵਿਦ ਵਿਚ ਮੂਵਮੈਂਟ। ਮਾਸਟਰ ਤਾਰਾ ਸਿੰਘ ਸੀ ਜੋ ਉਹ ਕਿਹੜੀ ਮੂਵਮੈਂਟ ਨਾਲ ਸੰਬੰਧ ਰੱਖਦੇ ਸਨ? ਆਨਸਰ ਹੈਗਾ ਜੀ ਪੰਜਾਬੀ ਸੂਬਾ ਮੂਵਮੈਂਟ। 27ਵਾਂ ਕੁਐਸਚਨ ਹੈ, ਹੂ ਵਰ ਦ ਮੈਂਬਰਸ ਆਫ ਦ ਪੰਜਾਬ ਬਾਉਂਡਰੀ ਕਮਿਸ਼ਨ 1966। ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਪਿਛਲੇ ਹੀ ਪੇਜ ਦੇ ਉੱਪਰ ਕਿ ਇੱਕ ਕੁਐਸਚਨ ਮਿਲਦਾ ਜੁਲਦਾ ਆਏਗਾ ਪੰਜਾਬ ਬਾਉਂਡਰੀ ਕਮਿਸ਼ਨ ਦਾ। ਇੱਥੇ ਫਰਕ ਦੇਖੋ ਕੀ ਹੈ, ਕੀ ਡਿਫਰੈਂਸ ਹੈ। ਇਹ ਕੁਐਸਚਨ ਪੁੱਛਿਆ ਗਿਆ ਹੈ ਪੰਜਾਬ ਬਾਉਂਡਰੀ ਕਮਿਸ਼ਨ 1966 ਲਈ। ਤਾਂ ਦੋ ਪੰਜਾਬ ਬਾਉਂਡਰੀ ਕਮਿਸ਼ਨ ਬਣੇ ਸੀ, ਇੱਕ 1947 ਇੱਕ 1966। ਔਰ ਇਸ ਦੇ ਮੈਂਬਰ ਕੌਣ ਸਨ? ਜਸਟਿਸ JC ਸ਼ਾਹ, S ਦੱਤ ਅਤੇ MM ਫਿਲਿਪਸ। ਇਹਨਾਂ ਵਿੱਚ ਕਨਫਿਊਜ਼ ਨਹੀਂ ਹੋਣਾ। ਤੁਸੀਂ ਇੱਦਾਂ ਧਿਆਨ ਰੱਖੋ ਕਿ 1947 ਸਮੇਂ ਆਪਣਾ ਇੰਡੀਆ ਆਜ਼ਾਦ ਹੋਇਆ ਸੀ ਔਰ ਉਦੋਂ ਹਜੇ ਜੋ ਬ੍ਰਿਟਿਸ਼ ਸੀ ਉਹ ਹੌਲੀ ਹੌਲੀ ਜਾ ਰਹੇ ਸੀ। ਤਾਂ ਉਦੋਂ ਦਾ ਚੇਅਰਮੈਨ ਸੀ ਸਰ ਸਿਰਿਲ ਰੈਡਕਲਿਫ। ਔਰ 1966 ਵਿੱਚ ਆਲਰੇਡੀ 19-20 ਸਾਲ ਹੋ ਚੁੱਕੇ ਸੀ ਇੰਡੀਆ ਨੂੰ ਆਜ਼ਾਦ ਹੋਏ ਨੂੰ। ਤਾਂ ਇਹਦੇ ਵਿੱਚ ਇੰਡੀਅਨ ਸੀਗੇ ਜਸਟਿਸ JC ਸ਼ਾਹ, S ਦੱਤ ਅਤੇ MM ਫਿਲਿਪਸ। ਨਾਓ 28th ਕੁਐਸਚਨ, ਹੂ ਵਨ ਬਹਿਰੇਨ ਗ੍ਰੈਂਡ ਪ੍ਰਿਕਸ 2020। 2020 ਦਾ ਬਹਿਰੇਨ ਗ੍ਰੈਂਡ ਪ੍ਰਿਕਸ ਕਿਸ ਨੇ ਜਿੱਤਿਆ ਹੈ? ਇਸ ਦਾ ਆਨਸਰ ਹੈ ਜੀ ਲੂਇਸ ਹੈਮਿਲਟਨ। ਲੂਇਸ ਹੈਮਿਲਟਨ ਨੇ ਜੋ ਉਹ ਮਰਸੀਡੀਜ਼ ਕਾਰ ਡਰਾਈਵ ਕਰਦੇ ਨੇ। 29ਵਾਂ ਕੁਐਸਚਨ, ਹੂ ਬ੍ਰੋਕ ਦ ਰਿਕਾਰਡ ਆਫ ਮੇਕਿੰਗ 22,000 ਸਕੋਰਸ ਇਨ ਦ ਇੰਟਰਨੈਸ਼ਨਲ ਮੈਚਿਸ। ਇੰਟਰਨੈਸ਼ਨਲ ਮੈਚਿਸ ਵਿੱਚ 22,000 ਸਕੋਰ ਬਣਾ ਕੇ ਕਿਹਨਾਂ ਨੇ ਰਿਕਾਰਡ ਤੋੜਿਆ ਹੈ? ਆਨਸਰ ਹੈ ਵਿਰਾਟ ਕੋਹਲੀ। 30ਵਾਂ ਕੁਐਸਚਨ, ਵਟ ਕੈਨ ਬੀ ਦ ਨਿਊ ਨੇਮ ਆਫ ਹੈਦਰਾਬਾਦ। ਹੈਦਰਾਬਾਦ ਦਾ ਨਵਾਂ ਨੇਮ ਕੀ ਹੋ ਸਕਦਾ ਹੈ? ਆਨਸਰ ਹੈ ਭਾਗਿਆਨਗਰ। 31st ਕੁਐਸਚਨ, ਪਾਪਾ ਬੋਬਾ ਡਿਓਪ ਹੂ ਡਾਈਡ ਵਾਜ਼ ਅ ਪਲੇਅਰ ਆਫ। ਇੱਕ ਪਲੇਅਰ ਸਨ ਪਾਪਾ ਬੋਬਾ ਡਿਓਪ, ਉਹਨਾਂ ਦੀ ਡੈਥ ਹੋ ਗਈ ਹੈ। ਤਾਂ ਇਹ ਪੁੱਛਿਆ ਗਿਆ ਉਹ ਕਿਸ ਗੇਮ ਦੇ ਖਿਡਾਰੀ ਸੀ? ਇਸ ਦਾ ਆਨਸਰ ਹੈ ਜੀ ਫੁੱਟਬਾਲ ਔਰ ਇਹ ਸੈਨੇਗਲ ਕੰਟਰੀ ਨੂੰ ਬਿਲੋਂਗ ਕਰਦੇ ਸਨ। 32ਵਾਂ ਕੁਐਸਚਨ ਹੈ, ਵਿਚ ਸਟੇਟ ਟੌਪਸ ਦ ਲਿਸਟ ਆਫ ਔਰਗਨ ਡੋਨੇਸ਼ਨ ਇਨ ਇੰਡੀਆ। ਇੰਡੀਆ ਵਿੱਚ ਅੰਗ ਦਾਨ ਕਰਨ ਵਾਲੀ ਸਭ ਤੋਂ ਟੌਪ ਦੀ ਸਟੇਟ ਕਿਹੜੀ ਹੈ? ਮਤਲਬ ਲਿਸਟ ਵਿੱਚ ਕਿਹੜੀ ਸਟੇਟ ਟੌਪ ਕਰਤੀ ਹੈ? ਤਾਂ ਆਨਸਰ ਹੈ ਤਾਮਿਲਨਾਡੂ। 33rd ਕੁਐਸਚਨ ਹੈ ਜੀ, ਹੂ ਇਜ਼ ਦ ਚੇਅਰਮੈਨ ਆਫ ਸੇਬੀ। ਸੇਬੀ ਦੇ ਚੇਅਰਮੈਨ ਕੌਣ ਹਨ? ਆਨਸਰ ਹੈ ਅਜੇ ਤਿਆਗੀ ਔਰ ਸੇਬੀ ਦਾ ਹੈੱਡਕੁਆਟਰ ਕਿੱਥੇ ਹੈ? ਮੁੰਬਈ। 34ਵਾਂ ਕੁਐਸਚਨ ਹੈ, ਹੈਲਥ ਕੇਅਰ ਫਿਊਚਰ ਸਮਿਟ ਵਾਜ਼ ਹੈਲਡ ਫਸਟ ਟਾਈਮ ਇਨ ਵਿਚ ਕੰਟਰੀ। ਪਹਿਲੀ ਵਾਰ ਕਿਹੜੀ ਕੰਟਰੀ ਵਿੱਚ ਹੈਲਥ ਕੇਅਰ ਫਿਊਚਰ ਸਮਿਟ ਹੋਇਆ ਹੈ? ਆਨਸਰ ਹੈ UAE ਕੰਟਰੀ ਵਿੱਚ ਹੋਇਆ ਹੈ ਔਰ ਦੁਬਈ ਪਲੇਸ ਸੀ ਜਿੱਥੇ ਇਹ ਸਮਿਟ ਹੋਇਆ ਹੈ। 35ਵਾਂ ਕੁਐਸਚਨ ਹੈ ਜੀ, ਵਾਟ ਇਜ਼ ਦ ਕੈਪੀਟਲ ਆਫ ਸ਼ੈਡ ਕੰਟਰੀ। ਸ਼ੈਡ ਇੱਕ ਕੰਟਰੀ ਹੈ, ਉਸ ਦੀ ਕੈਪੀਟਲ ਦਾ ਨਾਮ ਦੱਸਣਾ ਹੈ। ਆਨਸਰ ਹੈ ਐਨਜਾਮੇਨਾ।
ਤੁਸੀਂ ਧਿਆਨ ਰੱਖਣਾ ਹੈ। ਇੱਕ ਵਾਰ ਤੁਸੀਂ ਇਹ ਯਾਦ ਕਰ ਲਿਆ, ਤੁਹਾਡੇ ਸਬਕੌਂਸ਼ੀਅਸ ਮਾਈਂਡ 'ਚ ਕਿਤੇ ਨਾ ਕਿਤੇ ਬੈਠ ਜਾਏਗਾ ਔਰ ਤੁਹਾਨੂੰ ਈਜ਼ੀਲੀ ਯਾਦ ਆ ਜਾਏਗਾ ਅਗਰ ਪੇਪਰ ਵਿੱਚ ਆਉਂਦਾ ਹੈ ਕੁਛ। ਐਨਜਾਮੀਨਾ। 36ਵਾਂ ਕੁਐਸਚਨ ਹੈ ਪ੍ਰਗਤੀ ਦੀ ਫੁੱਲ ਫਾਰਮ ਕੀ ਹੈ? ਤਾਂ ਪ੍ਰਗਤੀ ਇੱਕ ਸਕੀਮ ਹੈ ਗਵਰਨਮੈਂਟ ਆਫ ਇੰਡੀਆ ਦੀ। ਇਸ ਦਾ ਆਂਸਰ ਹੈ ਪ੍ਰੋ ਐਕਟਿਵ ਗਵਰਨੈਂਸ ਐਂਡ ਟਾਈਮਲੀ ਇੰਪਲੀਮੈਂਟੇਸ਼ਨ। ਅਗਲੇ ਕੁਐਸਚਨ 'ਤੇ ਮੂਵ ਕਰਦੇ ਹਾਂ। ਦੇਵ ਦੀਪਾਵਲੀ ਇਜ਼ ਸੈਲੀਬ੍ਰੇਟਡ ਇਨ। ਕਹਿੰਦੇ ਦੇਵ ਦੀਪਾਵਲੀ ਕਿੱਥੇ ਮਨਾਈ ਜਾਂਦੀ ਹੈ? ਆਂਸਰ ਹੈ ਵਾਰਾਣਸੀ, ਜੋ ਕਿ ਯੂਪੀ ਵਿੱਚ ਹੈ। 38ਵਾਂ ਕੁਐਸਚਨ ਹੂ ਇਜ਼ ਦੀ ਫਸਟ ਵੂਮਨ ਫਾਈਟਰ ਪਾਇਲਟ ਆਫ ਇੰਡੀਆ? ਇੰਡੀਆ ਦੀ ਫਸਟ ਵੂਮਨ ਫਾਈਟਰ ਪਾਇਲਟ ਕੌਣ ਹੈ? ਆਂਸਰ ਹੈ ਸ਼ਿਵਾਂਗੀ ਸਿੰਘ ਆਫ ਵਾਰਾਣਸੀ। ਵਾਰਾਣਸੀ ਦੀ ਸ਼ਿਵਾਂਗੀ ਸਿੰਘ ਹੈ ਜੋ ਉਹ ਇੰਡੀਆ ਦੀ ਫਸਟ ਵੂਮਨ ਪਾਇਲਟ ਹੈ। 39ਵਾਂ ਕੁਐਸਚਨ ਹੈ ਜੀ ਵੇਅਰ ਡਿਡ ਅ ਮੇਜਰ ਗੈਸ ਲੀਕ ਹੈਪਨ ਇਨ 22 ਦਸੰਬਰ 2020? 2020 ਦੇ 22 ਦਸੰਬਰ ਨੂੰ ਇੱਕ ਮੇਜਰ ਗੈਸ ਲੀਕ ਹੋਇਆ ਸੀ। ਉਹ ਕਿੱਥੇ ਹੋਇਆ ਸੀ? ਇਫਕੋ ਵਿੱਚ ਹੋਇਆ ਸੀ। ਇਨ ਵਿਚ ਪਲਾਂਟ ਆਫ ਇਫਕੋ ਦਿਸ ਗੈਸ ਲੀਕ ਹੈਪਨਡ? ਇਹ ਗੈਸ ਲੀਕ ਇਫਕੋ ਦੇ ਕਿਹੜੇ ਪਲਾਂਟ ਵਿੱਚ ਹੋਇਆ ਸੀ? ਫੂਲਪੁਰ, ਪ੍ਰਯਾਗਰਾਜ, ਯੂਪੀ ਦੇ ਪਲਾਂਟ ਵਿੱਚ। 41ਵਾਂ ਕੁਐਸਚਨ ਨੇਮ ਆਫ ਦ ਗੈਸ ਲੀਕਡ ਇਨ ਇਫਕੋ? ਕਿਹੜੀ ਗੈਸ ਲੀਕ ਹੋਈ ਸੀ ਇਫਕੋ ਵਿੱਚ? ਆਂਸਰ ਹੈ ਅਮੋਨੀਆ। 42ਵਾਂ ਕੁਐਸਚਨ ਵਾਟ ਇਜ਼ ਦ ਫੁੱਲ ਫਾਰਮ ਆਫ ਇਫਕੋ? ਇਫਕੋ ਦੀ ਫੁੱਲ ਫਾਰਮ ਕੀ ਹੈ? ਇੰਡੀਅਨ ਫਾਰਮਰਸ ਫਰਟੀਲਾਈਜ਼ਰ ਕੋਆਪਰੇਟਿਵ ਲਿਮਿਟਿਡ। 43ਵਾਂ ਕੁਐਸਚਨ ਹੈ ਵਾਟ ਇਜ਼ ਦ ਫਾਰਮਰ ਨੇਮ ਆਫ ਪ੍ਰਯਾਗਰਾਜ? ਪ੍ਰਯਾਗਰਾਜ ਦਾ ਪਹਿਲਾ ਨਾਮ ਕੀ ਹੁੰਦਾ ਸੀ? ਆਂਸਰ ਹੈ ਇਲਾਹਾਬਾਦ, ਕਿਉਂਕਿ ਹੁਣ ਇਲਾਹਾਬਾਦ ਦਾ ਨਾਮ ਚੇਂਜ ਕਰਕੇ ਪ੍ਰਯਾਗਰਾਜ ਕਰ ਦਿੱਤਾ ਹੈ ਜੋ ਕਿ ਯੂਪੀ ਵਿੱਚ ਹੈ। 44ਵਾਂ ਕੁਐਸਚਨ ਵਾਟ ਇਜ਼ ਦੀ ਨੇਮ ਆਫ ਜਾਪਾਨਸ ਸਪੇਸ ਏਜੰਸੀ? ਜਾਪਾਨ ਦੀ ਸਪੇਸ ਏਜੰਸੀ ਦਾ ਕੀ ਨਾਮ ਹੈ? ਆਂਸਰ ਹੈ ਜਾਕਸਾ। ਐਂਡ ਜਾਕਸਾ ਦੀ ਫੁੱਲ ਫਾਰਮ ਕੀ ਹੈ? ਜਾਪਾਨ ਐਰੋਸਪੇਸ ਐਕਸਪਲੋਰੇਸ਼ਨ ਏਜੰਸੀ। ਨੈਕਸਟ ਇਜ਼ ਵਾਟ ਇਜ਼ ਦ ਨੇਮ ਆਫ ਇੰਡੀਆ ਸਪੇਸ ਏਜੰਸੀ? ਤੁਹਾਨੂੰ ਸਭ ਨੂੰ ਪਤਾ ਹੀ ਹੋਏਗਾ ਇੰਡੀਆ ਦੀ ਸਪੇਸ ਏਜੰਸੀ ਦਾ ਨਾਮ ਹੈ ਇਸਰੋ। ਫੁੱਲ ਫਾਰਮ ਹੈ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਇਸੇ ਤਰ੍ਹਾਂ ਅਮਰੀਕਾ ਦੀ ਸਪੇਸ ਏਜੰਸੀ ਦਾ ਕੀ ਨਾਮ ਹੈ? ਨਾਸਾ। ਫੁੱਲ ਫਾਰਮ ਹੈ ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ। 47ਵਾਂ ਕੁਐਸਚਨ 'ਤੇ ਮੂਵ ਕਰਦੇ ਹਾਂ। ਮਾਊਂਟ ਈਲੀ ਲਿਓਟੋਲੋ ਨੇਮਡ ਵੋਲਕੈਨੋ ਹੈਜ਼ ਬੀਨ ਐਕਸਪਲੋਡਡ ਵੇਅਰ? ਕਹਿੰਦੇ ਇੱਕ ਮਾਊਂਟ ਈਲੀ ਲਿਓਟੋਲੋਕ ਨਾਮ ਦਾ ਵੋਲਕੈਨੋ ਹੈ, ਉਹ ਕਿੱਥੇ ਐਕਸਪਲੋਡ ਹੋਇਆ ਹੈ, ਕਿੱਥੇ ਫਟਿਆ ਹੈ? ਤਾਂ ਇਸ ਦਾ ਆਂਸਰ ਹੈ ਇੰਡੋਨੇਸ਼ੀਆ। ਦੇਖੋ ਇੰਡੋਨੇਸ਼ੀਆ ਵਿੱਚ ਬਹੁਤ ਸਾਰੇ ਵੋਲਕੈਨੋ ਹਨ ਜੋ ਫਟਦੇ ਰਹਿੰਦੇ ਹਨ, ਕਈ ਐਕਟਿਵ ਨੇ, ਕਈ ਐਕਟਿਵ ਨਹੀਂ ਵੀ ਹੈਗੇ। 48ਵਾਂ ਕੁਐਸਚਨ ਹੈ ਵਾਟ ਇਜ਼ ਦ ਕੈਪੀਟਲ ਆਫ ਇੰਡੋਨੇਸ਼ੀਆ? ਇੰਡੋਨੇਸ਼ੀਆ ਦੀ ਕੈਪੀਟਲ ਕੀ ਹੈ? ਆਂਸਰ ਹੈ ਜਕਾਰਤਾ। 49ਵਾਂ ਕੁਐਸਚਨ ਵਿਚ ਕੰਟਰੀ ਹੈਜ਼ ਡਨ ਦੀ ਮੈਕਸਿਮਮ FDI ਫੋਰਨ ਡਾਇਰੈਕਟ ਇਨਵੈਸਟਮੈਂਟ ਇਨ ਇੰਡੀਆ ਡਿਊਰਿੰਗ April September 2020 to 2021? ਕਹਿੰਦੇ ਕਿਹੜੀ ਕੰਟਰੀ ਹੈ ਜੋ ਇੰਡੀਆ ਵਿੱਚ ਮੈਕਸਿਮਮ ਫੋਰਨ ਡਾਇਰੈਕਟ ਇਨਵੈਸਟਮੈਂਟ ਕਰੇਗੀ April September 2020 to 2021 ਦੇ ਵਿੱਚ? ਆਂਸਰ ਹੈ ਸਿੰਗਾਪੁਰ। 50ਵਾਂ ਕੁਐਸਚਨ ਹੈ ਹੂ ਇਜ਼ ਦ ਪ੍ਰੈਜ਼ੀਡੈਂਟ ਆਫ ਸਿੰਗਾਪੁਰ? ਸਿੰਗਾਪੁਰ ਦੇ ਪ੍ਰੈਜ਼ੀਡੈਂਟ ਕੌਣ ਨੇ? ਆਂਸਰ ਹੈ ਹਲੀਮਾ ਯਾਕੂਬ ਜੋ ਕਿ ਇੱਕ ਫੀਮੇਲ ਨੇ। 51ਵਾਂ ਕੁਐਸਚਨ ਹੈ ਰੀਸੈਂਟਲੀ ਹੂ ਹੈਜ਼ ਬਿਕੇਮ ਦ ਗਲੋਬਲ CEO ਆਫ ਬਾਟਾ? ਬਾਟਾ ਇੱਕ ਕੰਪਨੀ ਹੈ, ਤੁਹਾਨੂੰ ਪਤਾ ਹੀ ਹੋਏਗਾ, ਤੁਸੀਂ ਸ਼ੂਜ਼ ਵੀ ਦੇਖੇ ਹੋਣਗੇ ਬਾਟਾ ਦੇ। ਤਾਂ ਇਸ ਦੇ ਗਲੋਬਲ CEO ਕੌਣ ਬਣੇ ਹਨ? ਆਂਸਰ ਇਜ਼ ਸੰਦੀਪ ਕਟਾਰੀਆ। 52ਵਾਂ ਕੁਐਸਚਨ ਹੈ ਜੀ ਵੇਅਰ ਆਰ ਦ ਹੈਡਕੁਆਟਰਸ ਆਫ ਬਾਟਾ? ਬਾਟਾ ਦੇ ਹੈਡਕੁਆਟਰਸ ਕਿੱਥੇ ਹਨ? ਆਂਸਰ ਹੈ ਲੋਸੇਨ, ਸਵਿਟਜ਼ਰਲੈਂਡ। ਸਵਿਟਜ਼ਰਲੈਂਡ ਵਿੱਚ ਜਗ੍ਹਾ ਹੈ ਲੋਸੇਨ, ਉੱਥੇ ਹਨ ਬਾਟਾ ਦੇ ਹੈਡਕੁਆਟਰਸ। 53rd ਕੁਐਸਚਨ ਹੈ ਕੈਪੀਟਲ ਆਫ ਜਾਪਾਨ ਕੀ ਹੈ? ਆਂਸਰ ਹੈ ਟੋਕੀਓ, ਸ਼ਾਇਦ ਤੁਹਾਡੇ ਵਿੱਚੋਂ ਕਾਫੀ ਜ਼ਿਆਦਾ ਲੋਕਾਂ ਨੂੰ ਪਤਾ ਵੀ ਹੋਵੇ। 54th ਕੁਐਸਚਨ ਹੈ ਹੂ ਇਜ਼ ਦ ਪ੍ਰੈਜ਼ੀਡੈਂਟ ਆਫ ਜਾਪਾਨ? ਇਹ ਜਾਪਾਨ ਦੇ ਵਿੱਚ ਹਾਲ ਹੀ ਵਿੱਚ ਕੁਝ ਕੁ ਮਹੀਨੇ ਪਹਿਲਾਂ ਪ੍ਰੈਜ਼ੀਡੈਂਟ ਨਵੇਂ ਬਣੇ ਹਨ, ਇਹਨਾਂ ਦਾ ਨਾਮ ਹੈ ਯੋਸ਼ੀਹੀਡੇ ਸੁਗਾ। ਨੈਕਸਟ ਕੁਐਸਚਨ ਹੈ ਵਿਚ ਸਟੇਟ ਸਟਾਰਟਡ ਦ ਅਰੁਣੋਦय ਸਕੀਮ ਫॉर ਵੂਮੈਨ? ਵੂਮੈਨ ਲਈ ਅਰੁਣੋਦय ਸਕੀਮ ਕਿਹਨਾਂ ਨੇ ਚਲਾਈ ਹੈ? ਆਂਸਰ ਹੈ ਅਸਮ ਜਾਂ ਅਸਾਮ। 56th ਕੁਐਸਚਨ ਹੈ ਇੰਡੋ ਤਿੱਬਤਨ ਬਾਰਡਰ ਪੁਲਿਸ ਸੈਲੀਬ੍ਰੇਟ ਹਿਸ ਡੇ ਔਨ? ਇੰਡੋ ਤਿੱਬਤਨ ਬਾਰਡਰ ਪੁਲਿਸ ਇੱਕ ਪੁਲਿਸ ਫੋਰਸ ਹੈ ਜੋ ਕਿ ਆਪਣਾ ਦਿਨ ਕਦੋਂ ਮਨਾਉਂਦੇ ਹਨ? ਆਂਸਰ ਹੈ 24 ਅਕਤੂਬਰ ਯਾਨੀ ਕਿ 24 ਅਕਤੂਬਰ ਨੂੰ। ਇਹ 1962 ਵਿੱਚ ਫਾਰਮ ਕੀਤੀ ਗਈ ਸੀ। 57th ਕੁਐਸਚਨ ਵੱਲ ਦੇਖਦੇ ਹਾਂ ਵੇਅਰ ਇਜ਼ ਦ ਨਿਊ ਲੇਕ ਸੂਰਿਆਧਰ ਡਿਵੈਲਪਡ? ਇਹ ਇੱਕ ਤਰ੍ਹਾਂ ਕਰੰਟ ਅਫੇਅਰਸ ਦਾ ਵੀ ਕੁਐਸਚਨ ਹੈ। ਸੂਰਿਆਧਰ ਇੱਕ ਨਵੀਂ ਲੇਕ ਬਣਾਈ ਗਈ ਹੈ ਅਤੇ ਇਹ ਕਿਹੜੇ ਸਟੇਟ ਵਿੱਚ ਬਣਾਈ ਗਈ ਹੈ ਜੀ? ਇਹ ਉੱਤਰਾਖੰਡ ਵਿੱਚ ਬਣਾਈ ਗਈ ਹੈ। ਅਗਲਾ ਕੁਐਸਚਨ ਹੈ ਵੇਅਰ ਇਜ਼ ਜਿਮ ਕਾਰਬੇਟ ਨੈਸ਼ਨਲ ਪਾਰਕ, ਗੰਗੋਤਰੀ ਨੈਸ਼ਨਲ ਪਾਰਕ ਐਂਡ ਰਾਜਾ ਜੀ ਨੈਸ਼ਨਲ ਪਾਰਕ ਲੋਕੇਟਿਡ? ਇਹ ਤਿੰਨੋਂ ਨੈਸ਼ਨਲ ਪਾਰਕ ਨੇ ਜੋ ਕਿੱਥੇ ਹਨ? ਇਸ ਦਾ ਆਂਸਰ ਹੈ ਉੱਤਰਾਖੰਡ। ਮਾਫ ਕਰਨਾ। 59th ਕੁਐਸਚਨ ਹੈ ਜੀ
हू इज़ द न्यू चेयरमैन ऑफ नैशनल डेयरी डेवलपमेंट बोर्ड। नैशनल डेयरी डेवलपमेंट बोर्ड के नवे चेयरमैन कौन हैं? आंसर है वर्षा जोशी। 60वां क्वेश्चन है जी, वेयर इज़ नैशनल डेयरी डेवलपमेंट बोर्ड लोकेटेड। ये बोर्ड कित्थे है? तो ये जी गुजरात के आनंद विच है। नैक्सट क्वेश्चन है, हू वॉज द फाउंडर ऑफ NDDB। इस बोर्ड के फाउंडर कौन सी? इसका आंसर है वर्गीस कुरियन, और इन्होंने ये बोर्ड की फाउंडेशन रखी सी 16 जुलाई 1965 ਨੂੰ। नैक्सट क्वेश्चन इज़, हू रिलीज द बुक नेम्ड फ्यूचर ऑफ रीजनल कोऑपरेशन इन एशिया एंड द पैसीफिक। कहते एक बुक है फ्यूचर ऑफ रीजनल कोऑपरेशन इन एशिया एंड द पैसीफिक। एक किसने रिलीज़ की थी, किस द्वारा रिलीज़ की गई है बुक? तो इसका आंसर है, ये कोई पर्सन नहीं है, बैंक है। इस बैंक का नाम है एशियन डेवलपमेंट बैंक, ADB भी कहा जाता है। तो वैन वॉज ADB फाउंडेड? ADB कदों बनया सी? ये बनया सी जी इन 1966। 64th नंबर क्वेश्चन है, वेयर आर द हैडकुआटर्स ऑफ ADB। हुण ADB के अपन हैडकुआटर्स भी पता होने चाहिए ने, क्योंकि ADB दे विच इंडिया भी एक फाउंडेशन मैंबर है। तो अपन याद होना चाहिए है ADB के हैडकुआटर्स हैं मंडलूयोंग फिलीपाइंस के विच। ठीक है जी, मंडलूयोंग फिलीपाइंस, ध्यान नाल याद करना है तुसी। 65th नंबर क्वेश्चन है, हु इज़ द करंट प्रेजिडेंट ऑफ ADB। ADB के करंट प्रेजिडेंट कौन हैं? मसत्सुगु अस्कावा। की है नाम? मसत्सुगु अस्कावा। 66th नंबर क्वेश्चन है, व्हाट इज़ द नंबर ऑफ वाइस प्रेजिडेंट्स इन ADB। कहते ADB विच कितने वाइस प्रेजिडेंट होंगे हैं? तो 6 होंगे हैं। इसका आंसर होएगा 6। अगला क्वेश्चन है, हु इज़ द न्यू वाइस प्रेजिडेंट ऑफ ADB। ADB के एक नवे प्रेजिडेंट बने हैं, सॉरी वाइस प्रेजिडेंट, उन्होंने की नाम है? उन्होंने नाम है अशोक लवासा, जो कि इंडिया तो हैं, और ये अपने फॉर्मर इलैक्शन कमिश्नर भी होंगे सन इंडिया के। 68th नंबर क्वेश्चन है, विच स्टेट स्टार्टिड द येलो चेन ई-कॉमर्स वैबसाइट। येलो चेन ई-कॉमर्स वैबसाइट किहड़े स्टेट वालों स्टार्ट की गई है? तो आंसर है नागालैंड। कई बच्चे कन्फ्यूज होंगे हैं, राजस्थान, इंटरनेट के ऊपर राजस्थान भी आंसर शो करता है, बट इसका सही आंसर है नागालैंड। 69th नंबर क्वेश्चन है, आदि महोत्सव इज सेलिब्रेटेड इन विच स्टेट। आदि महोत्सव है जो है वो किहड़े स्टेट विच मनाया जाता है? आंसर है मध्य प्रदेश। 70वां क्वेश्चन, विच इंडियन शॉर्ट फिल्म इज नॉमिनेटेड इन ऑस्कर्स 2021। कहते इंडिया की किहड़ी शॉर्ट फिल्म है जो ऑस्कर्स के लिए नॉमिनेट की गई है? ऑस्कर 2021 के लिए नॉमिनेट की गई है। इसका आंसर है शेमलेस। शेमलेस एक फिल्म है जो शॉर्ट फिल्म की कैटेगरी विच नॉमिनेट की गई है। नैक्सट क्वेश्चन हैगा, उहदे विच भी सेम पूछा है, बट लॉन्ग फिल्म पूछा होया कि केड़ी लॉन्ग फिल्म इंडियन लॉन्ग फिल्म है जो ऑस्कर 2021 के लिए नॉमिनेट की गई है? इसका आंसर है जल्लीकट्टू, जो कि एक मलायालम फिल्म है। और तुम याद रखना है जल्लीकट्टू एक साउथ का फेस्टिवल भी है। नैक्सट क्वेश्चन है, 72nd फर्स्ट इको ब्रिज इज़ गोइंग टू बी डेवलप्ड इन विच स्टेट ऑफ इंडिया। कहते इंडिया की किहड़ी स्टेट में पहला इको ब्रिज बनन जा रहा है? तो आंसर है इको ब्रिज, तो आंसर है उत्तराखंड। उत्तराखंड विच पहला इको ब्रिज बनन जा रहा है। 73rd क्वेश्चन है, विच इंडियन स्टेट इज़ गोइंग टू हैव द न्यू लॉज फॉर ट्रांसपेरेंसी इन मैरिज। कहते इंडिया की किहड़ी स्टेट है जिस विच जिन्हां ने मैरिज के लिए ट्रांसपेरेंसी लॉज इंट्रोड्यूस किए हैं? तो इसका आंसर है असम या असम। 74th क्वेश्चन है, विच इंडियन स्टेट विल बी एड्स फ्री बाई 2030। कहते 2030 यानी कि 2030 तक इंडिया की किहड़ी स्टेट अजिही होगी जी एड्स फ्री हो जाएगी? तो आंसर है मध्य प्रदेश। 75th क्वेश्चन, हु वॉज अभय भारद्वाज हु रीसेंटली डाइड। कहते अभय भारद्वाज कौन ने जो कुछ महीने पहले ही इन्हों का देहांत होया सी, इन्होंने पूछा भी वो कौन सी? आंसर हैगा मैंबर ऑफ राज्य सभा से। 76th क्वेश्चन, वैन इज़ वर्ल्ड्स एड्स डे सैलीब्रेटेड। वर्ल्ड्स एड्स डे कदों सैलीब्रेट किया जाता है? 1 दिसंबर। ये कुछ डेज के नाम ने 3-4, ये तुसीं याद रखने। 77th है, वैन इज़ ह्यूमन राइट्स डे सैलीब्रेटेड। आंसर है 10 दिसंबर। अगला है, माइनॉरिटीज़ डे कदों सैलीब्रेट किया जाता है इंडिया? आंसर है 18 दिसंबर। अगला है, इंडिया विच फार्मर्स डे कदों सैलीब्रेट किया जाता है? तुहाडे विचों ज़्यादातर नूं पता ही होएगा 23 दिसंबर नूं, यानी कि 23 दिसंबर। 80वां क्वेश्चन है, वेयर इज़ सुरकोटड़ा साइट रिलेटिड टू इंडस वैली। कहते सुरकोटड़ा एक साइट है इंडस वैली के संबंध में कित्थे है? यह हैगी जी कोस्ट ऑफ गुजरात विच कच्छ विच है। 81st क्वेश्चन है, राखीगढ़ी इंडस वैली साइट कित्थे है? राखीगढ़ी है हिसार हरियाणा विच। अगले पूछा गया कालीबंगन इंडस वैली साइट कित्थे है?
ਕਾਲੀਬੰਗਨ ਇੰਡਸ ਵੈਲੀ ਸਾਈਡ ਜੋ ਹੈ ਉਹ ਕਾਲੀਬੰਗਨ ਸਿਟੀ ਵਿੱਚ ਹੈ, ਜੋ ਕਿ ਘੱਗਰ ਰਿਵਰ 'ਤੇ ਹੈ, ਰਾਜਸਥਾਨ ਸਟੇਟ ਵਿੱਚ। ਇਹ ਯਾਦ ਰੱਖਣਾ ਹੈ, ਇਹ ਇੰਪੋਰਟੈਂਟ ਹੈ। ਔਰ ਅਗਲੇ ਬਣਾਵਲੀ ਅਤੇ ਲੋਥਲ, ਇਹ ਵੀ ਇੰਪੋਰਟੈਂਟ ਸਾਈਟਸ ਨੇ। ਤਾਂ ਬਣਾਵਲੀ ਜਿਹੜੀ ਹੈ, ਬਣਾਵਲੀ ਇੰਡਸ ਵੈਲੀ ਸਾਈਟ ਹੈ, ਇਹ ਕਿੱਥੇ ਹੈ? ਇਹ ਫਤਿਹਾਬਾਦ ਹਰਿਆਣਾ 'ਚ ਹੈ, ਇਹ ਸਰਸਵਤੀ ਰਿਵਰ 'ਤੇ ਹੈ। ਐਂਡ ਲੋਥਲ ਇੰਡਸ ਵੈਲੀ ਸਾਈਟ ਜੋ ਹੈ ਇਹ ਕਿੱਥੇ ਹੈ? ਇਹ ਗਲਫ ਆਫ ਖੰਬਾਤ ਯਾਨੀ ਕਿ ਗੁਜਰਾਤ ਵਿੱਚ ਹੈ। ਅਗਲਾ ਕੁਐਸਚਨ ਹੈ 85th, ਦ ਗਲਫ ਆਫ ਖੰਬਾਤ ਇਜ਼ ਆਲਸੋ ਨੋਨ ਐਜ਼, ਗਲਫ ਆਫ ਖੰਬਾਤ ਦਾ ਇੱਕ ਹੋਰ ਨਾਮ ਹੈ, ਉਹ ਕੀ ਹੈ? ਤਾਂ ਇਸ ਨੂੰ ਜੀ ਗਲਫ ਆਫ ਕੈਂਬੇ ਵੀ ਕਿਹਾ ਜਾਂਦਾ ਹੈ। 86th ਕੁਐਸਚਨ ਹੈ ਦ ਵਰਡ ਕ੍ਰਿਸ਼ਨਾ ਆਇਸ ਐਂਡ ਸ਼ਾਮ ਆਇਸ ਰੈਫਰ ਟੂ ਵਿਚ ਮੈਟਲਸ। ਇਹ ਦੋ ਵਰਡ ਨੇ, ਕ੍ਰਿਸ਼ਨ ਆਇਸ ਅਤੇ ਸ਼ਾਮ ਆਇਸ। ਇਹ ਆਪਣੀ ਹਿਸਟਰੀ ਵਿੱਚ ਯੂਜ਼ ਕੀਤੇ ਗਏ ਨੇ ਆਇਰਨ ਦੇ ਲਈ, ਠੀਕ ਹੈ ਜੀ, ਲੋਹੇ ਦੇ ਲਈ ਇਹ ਯੂਜ਼ ਕੀਤੇ ਗਏ ਨੇ। 87 ਕੁਐਸਚਨ ਹੈ ਹੂ ਵਾਜ਼ ਦ ਫਾਊਂਡਰ ਆਫ ਦ ਅਜੀਵਿਕਾ ਸੈਕਟ। ਕਹਿੰਦੇ ਅਜੀਵਿਕਾ ਸੈਕਟ ਦੇ ਫਾਊਂਡਰ ਕੌਣ ਸਨ? ਆਂਸਰ ਹੈ ਜੀ ਮਖਾਲੀ ਗੋਸਾਲਾ। 88th ਕੁਐਸਚਨ ਹੈ ਵੇਅਰ ਡਿਡ ਗੌਤਮ ਬੁੱਧਾ ਬੋਰਨ। ਗੌਤਮ ਬੁੱਧ ਦਾ ਜਨਮ ਕਿੱਥੇ ਹੋਇਆ ਸੀ? ਆਂਸਰ ਹੈ ਜੀ ਲੁੰਬਿਨੀ, ਨੇਪਾਲ। ਨੇਪਾਲ ਵਿੱਚ ਹੋਇਆ ਸੀ। ਬੱਚੋ ਕਨਫਿਊਜ਼ ਨਹੀਂ ਹੋਣਾ ਹੈਗਾ, ਕਈ ਬੱਚੇ ਯੂਪੀ ਦੇ ਵੀ ਲਿਖ ਦਿੰਦੇ ਨੇ, ਯੂਪੀ 'ਚ ਆਪਾਂ ਅੱਗੇ ਦੇਖਾਂਗੇ ਕੀ ਕੀ ਹੋਏ ਸੀ, ਬਟ ਇਹਨਾਂ ਦਾ ਬਰਥ ਹੋਇਆ ਸੀ ਲੁੰਬਿਨੀ, ਨੇਪਾਲ ਦੇ ਵਿੱਚ। 89th ਹੈ ਵਾਟ ਇਜ਼ ਦ ਬਰਥ ਨੇਮ ਆਫ ਗੌਤਮ ਬੁੱਧਾ। ਗੌਤਮ ਬੁੱਧਾ ਜੀ ਸੀ ਜੋ, ਉਹਨਾਂ ਦਾ ਜਨਮ ਦਾ ਨਾਮ ਕੀ ਸੀ? ਤਾਂ ਆਂਸਰ ਹੈ ਸਿਧਾਰਥ ਗੌਤਮ। ਨੈਕਸਟ ਕੁਐਸਚਨ ਹੈ ਵੇਅਰ ਡਿਡ ਗੌਤਮ ਬੁੱਧਾ ਗੋਟ ਇਨਲਾਈਟਨਮੈਂਟ। ਗੌਤਮ ਬੁੱਧ ਨੂੰ ਇਨਲਾਈਟਨਮੈਂਟ ਕਿੱਥੇ ਮਿਲੀ ਸੀ? ਹੁਣ ਦੇਖੋ ਇਹ ਆਂਸਰ ਹੈ ਬਿਹਾਰ, ਬੋਧ ਗਇਆ, ਬਿਹਾਰ। ਇੱਕੋ ਹੀ ਆਏਗਾ ਜਿਹੜਾ ਬਿਹਾਰ ਵਿੱਚ ਹੋਇਆ ਸੀ ਇਨਲਾਈਟਨਮੈਂਟ। ਅਗਲੇ ਯੂਪੀ ਵਾਲੇ ਆਂਸਰ ਆਉਣਗੇ। ਹੁਣ ਇਨਲਾਈਟਨਮੈਂਟ ਤੋਂ ਬਾਅਦ ਫਸਟ ਸਰਮਨ ਆਫ ਗੌਤਮ ਬੁੱਧ, ਉਹਨਾਂ ਨੇ ਆਪਣਾ ਫਸਟ ਸਰਮਨ ਕਿੱਥੇ ਦਿੱਤਾ ਸੀ? ਤਾਂ ਫਸਟ ਸਰਮਨ ਤੋਂ ਤੁਸੀਂ ਯਾਦ ਰੱਖਣਾ ਹੈ ਸਾਰਨਾਥ। ਸਾਰਨਾਥ ਨੀਅਰ ਵਾਰਾਣਸੀ, ਯੂਪੀ। ਬਨਾਰਸ ਦੇ ਕੋਲ ਸਾਰਨਾਥ ਇੱਕ ਜਗ੍ਹਾ ਹੈ, ਉੱਥੇ ਫਸਟ ਸਰਮਨ ਦਿੱਤਾ ਸੀ। ਅਗਲਾ ਕੁਐਸਚਨ ਹੈ ਵੇਅਰ ਡਿਡ ਗੌਤਮ ਬੁੱਧ ਅਚੀਵਡ ਨਿਰਵਾਣਾ। ਹੁਣ ਨਿਰਵਾਣਾ ਕਿੱਥੇ ਅਚੀਵ ਕੀਤਾ ਸੀ ਉਹਨਾਂ ਨੇ? ਇਹ ਹੈਗਾ ਕੁਸ਼ੀਨਗਰ, ਯੂਪੀ। ਕੁਸ਼ੀਨਗਰ ਪਲੇਸ ਹੈ ਯੂਪੀ ਵਿੱਚ, ਉੱਥੇ ਨਿਰਵਾਣਾ ਅਚੀਵ ਕੀਤਾ ਸੀ। 93rd ਕੁਐਸਚਨ ਹੈ ਹੂ ਸਟਾਰਟਿਡ ਦ ਭੂਦਨ ਮੂਵਮੈਂਟ ਐਂਡ ਵੈਨ। ਕਹਿੰਦੇ ਭੂਦਨ ਮੂਵਮੈਂਟ ਜੋ ਹੈ ਉਹ ਕਿਹਨਾਂ ਨੇ ਅਤੇ ਕਦੋਂ ਸਟਾਰਟ ਕੀਤੀ ਸੀ? ਆਂਸਰ ਹੈ ਜੀ ਵਿਨੋਬਾ ਭਾਵੇ। ਵਿਨੋਬਾ ਭਾਵੇ ਜੀ ਵੱਲੋਂ ਇਹ ਸਟਾਰਟ ਕੀਤੀ ਗਈ ਸੀ 1951 ਦੇ ਵਿੱਚ। 94th ਕੁਐਸਚਨ ਹੈ ਵੇਅਰ ਐਂਡ ਵੈਨ ਡਿਡ ਦ ਡੱਚ ਇਸਟੈਬਲਿਸ਼ ਦੇਅਰ ਫਸਟ ਫੈਕਟਰੀ ਇਨ ਇੰਡੀਆ। ਹੁਣ ਡੱਚ ਦੇਖੋ, ਡੱਚ ਕਿਹਨੂੰ ਕਹਿੰਦੇ? ਨੀਦਰਲੈਂਡਸ ਦੇ ਲੋਕ ਹੁੰਦੇ ਨੇ ਜੀ, ਜਿਵੇਂ ਆਪਾਂ ਇੰਡੀਆ ਤੋਂ ਆਪਾਂ ਇੰਡੀਅਨ ਕਹਿੰਦੇ ਹਾਂ, ਠੀਕ ਹੈ। ਬੰਗਲਾਦੇਸ਼ ਹੁੰਦੇ ਨੇ ਉਹਨਾਂ ਨੂੰ ਬੰਗਲਾਦੇਸ਼ੀ ਕਹਿੰਦੇ ਨੇ, ਤਾਂ ਨੀਦਰਲੈਂਡਸ ਵਾਲੇ ਉਹਨੂੰ ਡੱਚ ਕਹਿੰਦੇ ਨੇ। ਤਾਂ ਇਹ ਕਹਿੰਦੇ ਨੇ ਡੱਚ ਨੇ ਆਪਣੀ ਸਭ ਤੋਂ ਪਹਿਲੀ ਫੈਕਟਰੀ ਇੰਡੀਆ 'ਚ ਕਿੱਥੇ ਲਗਾਈ ਸੀ ਅਤੇ ਕਦੋਂ ਲਗਾਈ ਸੀ? ਤਾਂ ਇਹਨਾਂ ਨੇ ਇਨ 1605 ਯਾਨੀ ਕਿ 1605 ਵਿੱਚ ਇਨ ਮਸੂਲੀਪਟਨਮ, ਆਂਧਰਾ ਪ੍ਰਦੇਸ਼ ਵਿੱਚ ਆਪਣੀ ਪਹਿਲੀ ਫੈਕਟਰੀ ਲਾਈ ਸੀ। ਮਸੂਲੀਪਟਨਮ ਨੂੰ ਮਸੌਲੀਪਟਨਮ ਵੀ ਕਿਹਾ ਜਾਂਦਾ ਹੈ, ਮਸੂਲੀਪਟਨਮ ਵੀ ਕਹਿ ਦਿੰਦੇ ਨੇ, ਯਾਦ ਰੱਖਣਾ ਹੈ ਤੁਸੀਂ। ਪਹਿਲੀ ਫੈਕਟਰੀ ਲਗਾਈ ਸੀ ਡੱਚ ਨੇ। 95th ਕੁਐਸਚਨ ਹੈ ਦ ਰੈਜ਼ੋਲਿਊਸ਼ਨ ਔਨ ਫੰਡਾਮੈਂਟਲ ਰਾਈਟਸ ਐਂਡ ਇਕਨੋਮਿਕ ਪ੍ਰੋਗਰੈਸ ਡਰਾਫਟਡ ਬਾਈ ਜਵਾਹਰ ਲਾਲ ਨਹਿਰੂ ਵਾਜ਼ ਅਡੋਪਟਡ ਇਨ ਵਿਚ ਸੈਸ਼ਨ ਆਫ ਕਾਂਗਰਸ। ਕਹਿੰਦੇ ਜੋ ਇੱਕ ਰੈਜ਼ੋਲਿਊਸ਼ਨ ਲਿੱਤਾ ਗਿਆ ਸੀ ਜਵਾਹਰ ਲਾਲ ਨਹਿਰੂ ਜੀ ਵੱਲੋਂ ਫੰਡਾਮੈਂਟਲ ਰਾਈਟਸ ਦੇ ਇਕਨੋਮਿਕ ਗਰੋਥ ਦੇ ਲਈ, ਇਕਨੋਮਿਕ ਪ੍ਰੋਗਰੈਸ ਦੇ ਲਈ, ਉਸ ਨੂੰ ਕਾਂਗਰਸ ਦੇ ਕਿਸ ਸੈਸ਼ਨ ਵਿੱਚ ਅਡੋਪਟ ਕੀਤਾ ਗਿਆ ਸੀ ਯਾਨੀ ਕਿ ਅਪਣਾਇਆ ਗਿਆ ਸੀ? ਆਂਸਰ ਹੈ ਜੀ ਕਰਾਚੀ ਸੈਸ਼ਨ ਵਿੱਚ ਇਨ 1931, 1931 ਵਿੱਚ। ਨੈਕਸਟ ਕੁਐਸਚਨ ਹੈ ਬਖਤ ਖਾਨ, ਕੁੰਵਰ ਸਿੰਘ, ਨਾਨਾ ਸਾਹਿਬ। ਕਹਿੰਦੇ ਜੋ ਤਿੰਨੋਂ ਬੰਦੇ ਨੇ ਬਖਤ ਖਾਨ, ਕੁੰਵਰ ਸਿੰਘ, ਨਾਨਾ ਸਾਹਿਬ, ਇਹ ਰੱਖਦੇ ਹਨ ਤਾਂ ਇਹ ਮਿਊਟੀਨੀ ਆਫ 1857 ਯਾਨੀ ਕਿ ਜੋ 1857 ਦਾ ਰਿਵੋਲਟ ਹੋਇਆ ਸੀ ਉਸ ਨਾਲ ਸੰਬੰਧ ਰੱਖਦੇ ਹਨ। ਨੈਕਸਟ ਕੁਐਸਚਨ ਹੈ ਐਸੋਟੈਰਿਕ ਕ੍ਰਿਸਚੀਅਨਿਟੀ ਇਜ਼ ਦ ਫੇਮਸ ਵਰਕ ਆਫ। ਕਹਿੰਦੇ ਐਸੋਟੈਰਿਕ ਕ੍ਰਿਸਚੀਅਨਿਟੀ ਕਿਸ ਦਾ ਫੇਮਸ ਵਰਕ ਹੈ? ਆਂਸਰ ਹੈ ਐਨੀ ਬਿਸੈਂਟ। 98th ਨੰਬਰ ਕੁਐਸਚਨ ਹੈ ਇਨ ਇੰਡੀਅਨ ਫਰੀडम ਸਟਰਗਲ ਸਿਵਲ ਡਿਸਓਬੀਡੀਐਂਸ ਮੂਵਮੈਂਟ ਮਾਰਚ 1930 ਇਜ਼ ਰਿਲੇਟਿਡ ਟੂ। ਕਹਿੰਦੇ ਇੰਡੀਅਨ ਫਰੀडम ਸਟਰਗਲ ਵਿੱਚ ਸਿਵਲ ਡਿਸਓਬੀਡੀਐਂਸ ਮੂਵਮੈਂਟ ਸੀ ਜੋ ਮਾਰਚ 1930 ਦੀ, ਉਹ ਕਿਸ ਨਾਲ ਰਿਲੇਟ ਹੈ ਜਾਂ ਕਿਸ ਨਾਲ ਸੰਬੰਧ ਰੱਖਦੀ ਹੈ? ਆਂਸਰ ਹੈ ਗਾਂਧੀ ਇਰਵਿਨ ਪੈਕਟ। ਦੋਸਤੋ ਥੋੜ੍ਹੀ ਗਲਤੀ ਹੋ ਜਾਂਦੀ ਹੈ ਕਈ ਵਾਰ ਟਾਈਪਿੰਗ ਵਿੱਚ, ਪਲੀਜ਼ ਤੁਸੀਂ ਉਸ ਨੂੰ ਦਰਗੁਜ਼ਰ ਕਰਨਾ ਹੈ। ਜਿੱਦਾਂ ਕਿ ਇੱਥੇ ਗਾਂਧੀ ਦੇ ਵਿੱਚ GANDHI ਆਉਣਾ ਹੈ, H ਮਿਸਪਲੇਸ ਹੋ ਗਿਆ, ਸੋ ਗਾਂਧੀ ਇਰਵਿਨ ਪੈਕਟ ਨਾਲ ਇਹ ਸੰਬੰਧ ਰੱਖਦਾ ਹੈ। 99th ਨੰਬਰ ਕੁਐਸਚਨ ਹੈ ਸਿਵਲ ਡਿਸਓਬੀਡੀਐਂਸ ਮੂਵਮੈਂਟ ਇਜ਼ ਆਲਸੋ ਨੋਨ ਐਜ਼। ਕਹਿੰਦੇ ਸਿਵਲ ਡਿਸਓਬੀਡੀਐਂਸ ਮੂਵਮੈਂਟ ਸੀ ਜੋ, ਉਸ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਤਾਂ ਆਂਸਰ ਹੈ ਜੀ ਸਾਲਟ ਸੱਤਿਆਗ੍ਰਹਿ। ਤਾਂ ਅੱਜ ਦੀ ਵੀਡੀਓ ਤੋਂ ਲਾਸਟ ਅਤੇ ਇਸ GK ਸੀਰੀਜ਼ ਦਾ 100ਵਾਂ ਕੁਐਸਚਨ ਹੈ ਵਿਚ ਇਜ਼ ਦੀ 100th ਸਮਾਰਟ ਸਿਟੀ ਆਫ ਇੰਡੀਆ। ਕਹਿੰਦੇ ਇੰਡੀਆ ਦਾ 100ਵਾਂ ਸਮਾਰਟ ਸਿਟੀ ਕਿਹੜਾ ਹੈ? ਤਾਂ ਇਸ ਦਾ ਆਂਸਰ ਹੈ ਜੀ ਸ਼ੀਲੋਂਗ,
ਸ਼ਿਲੋਂਗ ਜੋ ਕਿ ਕੈਪੀਟਲ ਹੈ ਮੇਘਾਲਿਆ ਦੀ, ਔਰ ਮੇਘਾਲਿਆ ਇੱਕ ਸਟੇਟ ਹੈ ਇੰਡੀਆ ਦੇ ਈਸਟ ਵਿੱਚ। ਠੀਕ ਹੈ ਜੀ, ਤੁਸੀਂ ਯਾਦ ਰੱਖਣਾ ਹੈ। ਦੁਬਾਰਾ ਤੋਂ ਦੇਖਣੀ ਹੈ ਵੀਡੀਓ, ਦੁਬਾਰਾ ਤੋਂ ਵੀ ਦੇਖ ਸਕਦੇ ਹੋ। ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਹੈ, ਤੁਸੀਂ ਲਾਈਕ ਕਰਨਾ ਹੈ, ਔਰ ਅਗਰ ਤੁਹਾਨੂੰ ਇਸ ਵੀਡੀਓ ਵਿੱਚ ਕੋਈ ਕਮੀ ਪੇਸ਼ੀ, ਕੋਈ ਖਾਮੀ ਲੱਗਦੀ ਹੈ, ਤੁਸੀਂ ਕਮੈਂਟ ਵਿੱਚ ਦੱਸਣਾ ਹੈ ਤਾਂ ਕਿ ਅਸੀਂ ਆਪਣੀ ਵੀਡੀਓ ਨੂੰ ਹੋਰ ਜ਼ਿਆਦਾ ਇੰਪਰੂਵ ਕਰ ਸਕੀਏ। ਔਰ ਤੁਸੀਂ ਇਹ ਵੀ ਦੱਸ ਸਕਦੇ ਹੋ ਅਗਰ ਤੁਹਾਨੂੰ ਕਿਸੇ ਸਪੈਸੀਫਿਕ ਟੌਪਿਕ ਦੇ ਉੱਪਰ MCQs ਚਾਹੀਦੇ ਹਨ, ਕੁਐਸਚਨਸ ਚਾਹੀਦੇ ਨੇ ਜਾਂ ਲੈਕਚਰ ਚਾਹੀਦਾ ਹੈ। ਇਸ ਨਾਲ ਮੈਨੂੰ ਦਿਓ ਇਜਾਜ਼ਤ। ਥੈਂਕ ਯੂ, ਧੰਨਵਾਦ, ਸ਼ੁਕਰੀਆ।